ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਆ ਕੈਨੇਡਾ ਦੀ ਮਾਰਕੀਟ ਬਾਰੇ। ਇਸ ਵੇਲੇ ਇੰਟਰਸਟ ਰੇਟ ਵਧੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਹੋਰ ਵਧਣੇ ਆ। ਅਸੀਂ ਆਏ ਹਾਂ ਖਾਲਸਾ ਕ੍ਰੈਡਿਟ ਯੂਨੀਅਨ ਸਰਦਾਰ ਕੁਲਦੀਪ ਸਿੰਘ ਸਿੱਧੂ ਹੁਣਾਂ ਕੋਲ, ਸੀਨੀਅਰ ਕਮਿਊਨਿਟੀ ਮੈਨੇਜਰ। ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਦੀ ਆਬਜ਼ਰਵੇਸ਼ਨ ਕੀ ਆ, ਇਸ ਵੇਲੇ ਬੈਂਕਿੰਗ ਦੇ ਵਿੱਚ ਹੋ ਕੀ ਰਿਹਾ ਆ, ਮਾਰਕੀਟ ਨੂੰ ਕਿੱਦਾਂ ਦੇਖਿਆ ਜਾ ਰਿਹਾ। ਸਿੱਧੂ ਸਾਹਿਬ, ਕੀ ਤਬਦੀਲੀ ਆ ਜਿਹੜੇ ਇੰਟਰਸਟ ਰੇਟ ਵਧੇ ਆ ਤੇ ਹੋਰ ਵਧਣ ਵਾਲੇ ਆ? ਲੋਕ ਨਵੀਆਂ ਮੌਰਗੇਜਾਂ ਲੈ ਰਹੇ ਆ, ਰੀਫਾਈਨੈਂਸ ਕਰਵਾ ਰਹੇ ਆ, ਇਸ ਵੇਲੇ ਗਤੀਵਿਧੀ ਕੀ ਚੱਲ ਰਹੀ ਜੀ? ਜਦੋਂ ਤੁਸੀਂ ਓਵਰਆਲ ਮਾਰਕੀਟ ਨੂੰ ਦੇਖਦੇ ਹੋ ਤਾਂ ਰਾਈਟ ਨਾਓ ਸਲੋ ਫੇਸ ਦੇ ਵਿੱਚ ਹੈਗੀ ਹੈ ਮਾਰਕੀਟ। ਅਤੇ ਜਿਹੜੀ ਗਤੀਵਿਧੀਆਂ ਜ਼ਿਆਦਾਤਰ ਜਿਹੜੇ ਲੋਕ ਨੇ, ਜ਼ਿਆਦਾਤਰ ਜਿਹੜੀ ਕਮਿਊਨਿਟੀ ਹੈਗੀ ਆ, ਉਹ ਦੇ ਆਰ ਲੁਕਿੰਗ ਫॉर ਰੀਫਾਈਨਾਂਸ। ਅਤੇ ਬਿਕੋਜ਼ ਨਵੀਂ ਜਿਹੜੀ ਸੇਲ ਪਰਚੇਜ ਐਕਟੀਵਿਟੀ ਕਾਫੀ ਸਲੋ ਹੋ ਗਈ ਅੱਗੇ ਨਾਲੋਂ, ਸੋ ਰੀਫਾਈਨਾਂਸ 'ਤੇ ਥੋੜ੍ਹਾ ਜਿਹਾ ਜ਼ਿਆਦਾ ਚੱਲ ਰਿਹਾ ਰਾਈਟ ਨਾਓ ਕੰਮ। ਅਤੇ ਰੀਫਾਈਨੈਂਸ 'ਤੇ ਫਿਰ ਇਸ ਵੇਲੇ ਤਾਂ ਇੰਟਰਸਟ ਰੇਟ ਜ਼ਿਆਦਾ ਆ, ਲੋਕਾਂ ਨੂੰ ਇਹ ਘਾਟਾ ਨਹੀਂ ਪੈਂਦਾ? ਦੇਖੋ ਜੀ, ਫਿਰ ਜਿਨ੍ਹਾਂ ਨੇ, ਆਪਾਂ ਪਹਿਲਾਂ ਜਦੋਂ ਗੱਲ ਕਰਦੇ ਉਹਨਾਂ ਨੇ ਕਈ ਵਾਰੀ ਆਪਦੀ ਚਾਦਰ ਦੇਖ ਕੇ ਪੈਰ ਨਹੀਂ ਪਸਾਣਾ ਹੁੰਦਾ ਨਾ, ਜਾਂ ਫਿਰ ਅਗਲਾ ਕੋਈ ਐਮਰਜੈਂਸੀ ਫੰਡ ਕ੍ਰੀਏਟ ਕਰਕੇ ਰੱਖਣਾ ਚਾਹੁੰਦਾ, ਰੀਫਾਈਨਾਂਸ ਜਿਨ੍ਹਾਂ ਕੋਲ ਇਕੁਇਟੀ ਹੈਗੀ ਆ, ਕੋਈ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦਾ ਕਿ ਅਸੀਂ ਉਹ ਚੀਜ਼ ਕਰ ਲਈਏ। ਨੋ ਡਾਊਟ ਰੇਟਸ ਹੁਣ ਜਿਵੇਂ ਵੱਧ ਗਏ ਨੇ ਹੈ ਨਾ, ਲਾਸਟ ਜਿਹੜਾ ਇਨਕਰੀਜ਼ ਸੀ ਉਹ 0.5% ਸੀ, ਹੁਣ 1 ਜੂਨ ਨੂੰ ਫੇਰ ਮੀਟਿੰਗ ਹੈਗੀ ਆ। ਸੋ ਜਿੰਨੇ ਵੀ ਅਰਥ ਸ਼ਾਸਤਰੀ ਡਿਫਰੈਂਟ ਬੈਂਕਸ ਦੇ ਨੇ, ਉਹ ਸਾਰੇ ਸੋਚਦੇ ਪਏ ਨੇ, ਉਹਨਾਂ ਦਾ ਜਿਹੜਾ ਵਿਊ ਹੈ ਉਹ ਇਹੀ ਹੈ ਕਿ 0.5% ਹੋਰ ਵਧੇਗਾ ਰੇਟ। ਰੀਫਾਈਨੈਂਸ ਦਾ ਕੀ ਮਤਲਬ ਆ ਜੀ? ਵੀ ਜਦੋਂ ਬੰਦਾ ਮੰਨ ਲਓ ਕਿਸੇ ਦਾ 2 ਮਿਲੀਅਨ ਦਾ ਘਰ ਆ ਅਤੇ ਉਹ ਉਹਦੇ ਵਿੱਚੋਂ $2-3 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦਾ, ਉਹਨੂੰ ਦੁਬਾਰਾ ਸਾਰੇ ਘਰ ਦੀ ਮੌਰਗੇਜ ਦੁਬਾਰਾ ਕਰਾਉਣੀ ਪਊਗੀ ਜਾਂ ਉਹਦੀ ਲਾਈਨ ਆਫ ਕ੍ਰੈਡਿਟ ਉੱਦਾਂ ਬਣ ਜਾਂਦੀ ਹੈ? ਓਕੇ, 2 ਸਿਨੈਰੀਓ ਨੇ ਜੀ। ਪਹਿਲਾ ਸਿਨੈਰੀਓ ਹੈ ਕਿ ਸਭ ਤੋਂ ਪਹਿਲਾਂ ਜਦੋਂ ਬੈਂਕਸ ਦੇਖਦੀਆਂ ਨੇ, ਇਹ ਦੇਖਦੇ ਨੇ ਵੀ ਬੰਦੇ ਦੀ ਇਕੁਇਟੀ ਹੈਗੀ ਆ। ਸਭ ਤੋਂ ਪਹਿਲਾਂ ਕੰਮ, ਮੰਨ ਲਓ ਇਕੁਇਟੀ ਹੈਗੀ ਆ ਤਾਂ ਫਿਰ ਉਸ ਤੋਂ ਬਾਅਦ ਉਹਦੇ 'ਚ ਜੇ ਤਾਂ ਉਹਨੇ ਆਪਣੀ ਮੌਰਗੇਜ ਨੂੰ ਵੀ ਦੁਬਾਰਾ ਰੀਫਾਈਨਾਂਸ ਕਰਨਾ, ਦੈਨ ਸਾਰਾ ਪ੍ਰੋਸੈਸ ਨਵਾਂ ਹੋਏਗਾ। ਜੇ ਉਹ ਕਹਿੰਦੇ ਨੇ ਨਹੀਂ ਜੀ ਮੇਰੀ ਮੌਰਗੇਜ ਐਜ਼ ਇਟ ਇਜ਼ ਰਹਿਣ ਦਿਓ, ਜਿੰਨੀ ਮੇਰੀ ਡਿਫਰੈਂਟ ਕੁਆਲੀਫਿਕੇਸ਼ਨ ਹੁੰਦੀ ਆ ਲਾਈਨ ਆਫ ਕ੍ਰੈਡਿਟ ਦੀ ਉਹ ਕਰ ਦਿਓ, ਠੀਕ ਹੈ ਜੀ। ਪਰ ਉਹਨੂੰ ਕੁਆਲੀਫਾਈ ਟੋਟਲ ਅਮਾਊਂਟ 'ਤੇ ਕਰਨਾ ਹਰੇਕ ਇੰਸਟੀਟਿਊਸ਼ਨ ਨੇ, ਜਿੰਨੀ ਉਹਦੀ ਐਗਜ਼ਿਸਟਿੰਗ ਮੌਰਗੇਜ ਆ ਪਲੱਸ ਜਿੰਨੀ ਹੋਰ ਉਹ ਕੁਆਲੀਫਾਈ ਕਰਦਾ, ਉਹਦੇ 'ਤੇ ਰੇਟ 'ਤੇ ਕੁਆਲੀਫਾਈ ਕਰਨਾ ਜਿਹੜਾ ਸਟ੍ਰੈਸ ਟੈਸਟ ਆ। ਹੋ ਸਕਦਾ ਅੱਜ ਕੱਲ੍ਹ ਦੇ ਸਿਨੈਰੀਓ ਦੇ ਵਿੱਚ ਬਿਕੋਜ਼ ਰੇਟਸ ਆਰ ਅਪ, ਅਕੋਰਡਿੰਗਲੀ ਕੁਆਲੀਫਿਕੇਸ਼ਨ ਰੇਟਸ ਵੀ ਅਪ ਹੋ ਗਏ ਨੇ, ਸੋ ਹੋ ਸਕਦਾ ਨਾ ਕੁਆਲੀਫਾਈ ਕਰੇ, ਪਰ ਇਟ ਡਿਪੈਂਡਸ ਅਪਨ ਦਾ ਸਰਕਮਸਟੈਂਸ। ਸੋ ਤੁਹਾਡਾ ਕਹਿਣ ਦਾ ਮਤਲਬ ਵੀ ਹੁਣ ਰੀਫਾਈਨੈਂਸ ਵਾਲੇ ਜ਼ਿਆਦਾ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਮਨੀ ਪਈ ਹੈ, ਐਕੁਇਟੀ ਹੈਗੀ ਆ, ਔਰ ਉਹ ਕਿਸੇ ਤਰ੍ਹਾਂ ਉਹਨਾਂ ਨੇ ਯੂਜ਼ ਕਰਨਾ ਪੈਸਾ। ਯੈਸ ਫॉर ਸ਼ੋਰ। ਅਤੇ ਜੇ ਮਤਲਬ ਜੇ ਹੁਣ ਇਨਕਮ ਓਨੀ ਨਹੀਂ ਹੈ ਕਿਸੇ ਦੀ, ਜਦੋਂ ਉਹਨੇ ਮੌਰਗੇਜ ਲਈ ਸੀਗੀ ਉਸ ਵੇਲੇ ਉਹਨੇ ਕੁਆਲੀਫਾਈ ਕਰ ਲਿਆ, ਹੁਣ ਇਨਕਮ ਨਹੀਂ ਰਹੀ, ਕਿ ਹੁਣ ਫਿਰ ਉਹ ਪੈਸਾ ਕੱਢ ਸਕਦਾ? ਜੇ ਉਹ ਕੁਆਲੀਫਾਈ ਕਰੇਗਾ ਤਾਂ, ਜੇ ਜਦੋਂ ਉਹਨੇ ਮੌਰਗੇਜ ਲਈ ਸੀ ਉਹਦੀ ਐਕਸ ਫਿਗਰ ਅਮਾਊਂਟ ਸੀ ਸਪੋਜ਼ ਇਨਕਮ, ਹੁਣ ਉਦੋਂ ਘਟ ਗਈ ਆ, ਤਾਂ ਫਿਰ ਉਹਨੇ ਕੁਆਲੀਫਾਈ ਕਰਨਾ ਨਹੀਂ। ਕਿਉਂਕਿ ਕੁਆਲੀਫਿਕੇਸ਼ਨ ਦੇ ਕਈ ਕ੍ਰਾਈਟੀਰੀਅਨ ਹੁੰਦੇ ਨੇ ਹੈ ਨਾ, ਕਿ ਉਹਦੀ ਕੋਈ ਰੈਂਟਲ ਇਨਕਮ ਵੀ ਹੈਗੀ ਆ, ਕਿ ਉਹ ਰੈਂਟਲ ਇਨਕਮ ਟੈਕਸ ਦੇ ਵਿੱਚ ਸ਼ੋਅ ਕਰਦਾ, T1 ਆਪਦੇ ਜਦੋਂ ਵੀ ਟੈਕਸ ਫਾਈਲ ਕਰਦਾ ਉਹ ਸ਼ੋਅ ਕਰਦਾ, ਤਾਂ ਬੈਂਕਸ ਉਹੀ ਲੈਂਦੀਆਂ ਨੇ, ਠੀਕ ਹੈ ਜੀ। ਪਲੱਸ ਉਹਦੀ ਜੇ ਪਹਿਲਾਂ ਇਨਕਮ ਸੀਗੀ ਅਤੇ ਹੁਣ ਘੱਟ ਗਈ ਆ, ਪਹਿਲੀ ਕੁਆਲੀਫਿਕੇਸ਼ਨ ਸਪੋਜ਼ ਘੱਟ ਅਮਾਊਂਟ ਦੀ ਸੀ ਅਤੇ ਹੁਣ ਉਹਦੀ ਇਨਕਮ ਵੀ ਘੱਟ ਗਈ ਅਤੇ ਵੱਧ ਅਮਾਊਂਟ ਮਿਲਣਾ ਨਹੀਂ ਫਿਰ ਉਹਨੂੰ। ਹੋਰ ਇਸ ਵੇਲੇ ਕੀ ਹੈ ਜੀ, ਮੌਰਗੇਜ ਜਿਹੜੀਆਂ ਨਵੀਆਂ ਲੈ ਰਹੇ ਆ ਲੋਕ? ਹਾਂਜੀ, ਆਉਂਦੀਆਂ ਐਪਲੀਕੇਸ਼ਨਸ ਨਵੀਆਂ ਮੌਰਗੇਜਸ ਦੀਆਂ ਵੀ ਆਉਂਦੀਆਂ, ਪਰ ਬਿਕੋਜ਼ ਉਨੀ ਫੇਸ ਦੇ ਨਾਲ ਨਹੀਂ ਜਿੰਨਾ ਪਿੱਛੇ ਸੀਗਾ, ਬਿਕੋਜ਼ ਹੁਣ ਹੈ ਹੀ ਨਹੀਂ ਸੇਲ ਐਕਟੀਵਿਟੀ ਵੀ ਜ਼ਿਆਦਾ। ਮਾਰਕੀਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਐਕਟੀਵਿਟੀ ਕਿੱਧਰਲੇ ਪਾਸੇ ਨੂੰ ਜਾਊਗੀ ਆਉਣ ਵਾਲੇ ਸਮੇਂ 'ਚ, ਜੇ 0.5% ਇੰਟਰਸਟ ਰੇਟ ਜੂਨ 'ਚ ਫਿਰ ਵੱਧ ਜਾਂਦੇ ਆ? ਦੇਖੋ, ਸਾਰੀ ਚੀਜ਼ ਨਿਰਭਰ ਕਰਦੀ ਆ ਅਫੋਰਡੇਬਿਲਿਟੀ 'ਤੇ। ਜਦੋਂ ਇੰਟਰਸਟ ਰੇਟ ਵੱਧਦਾ, ਹੁਣ ਜੇ ਸਪੋਜ਼ ਜਿਨ੍ਹਾਂ ਦੀ ਫਿਕਸ ਮੌਰਗੇਜ ਆ ਉਹਨਾਂ ਨੂੰ ਤਾਂ ਕੋਈ ਫਿਲਹਾਲ ਫॉर ਦਾ ਟਰਮ ਜਿੰਨਾ ਤੱਕ ਉਹਨਾਂ ਦੀ ਫਿਕਸ ਮੌਰਗੇਜ, ਉਹਨਾਂ ਦੀ ਪੇਮੈਂਟ ਨੂੰ ਕੋਈ ਫਰਕ ਨਹੀਂ ਪੈਣਾ, ਠੀਕ ਹੈ ਜੀ। ਬਟ ਜਿਨ੍ਹਾਂ ਦੀ ਵੇਰੀਏਬਲ ਆ, ਚਾਹੇ ਵੇਰੀਏਬਲ ਓਪਨ ਆ ਚਾਹੇ ਵੇਰੀਏਬਲ ਕਲੋਜ਼ਡ ਆ, ਉਹ ਪ੍ਰਾਈਮ ਦੇ ਨਾਲ ਲਿੰਕ ਸੀ, ਕਈਆਂ ਦੀ ਪ੍ਰਾਈਮ ਮਾਈਨਸ, ਕਈਆਂ ਦੀ ਪ੍ਰਾਈਮ ਪਲੱਸ, ਹੈ ਨਾ। ਸੋ ਉਸ ਹਿਸਾਬ ਦੇ ਨਾਲ ਉਹਦੀ ਕਿਸ਼ਤ ਬਣਾਈ ਗਈ ਸੀ। ਹੁਣ ਜਦੋਂ ਇੱਕ ਕਿਸ਼ਤ ਜਾਂਦੀ ਆ ਤਾਂ ਉਹਦੇ ਵਿੱਚ ਕੁਛ ਪਾਰਟ ਹੈ ਜਿਹੜਾ ਉਹ ਤੁਹਾਡਾ ਇੰਟਰਸਟ ਦਾ ਜਾਂਦਾ, ਕੁਛ ਪਾਰਟ ਤੁਹਾਡਾ ਪ੍ਰਿੰਸੀਪਲ ਨੂੰ ਜਾਂਦਾ, ਮੂਲ ਨੂੰ ਜਾਂਦਾ, ਹੈ ਨਾ। ਪਰ ਰੇਟ ਵੱਧ ਗਏ, ਤੁਹਾਡੀ ਕੈਲਕੂਲੇਸ਼ਨ ਜਾਂ ਤਾਂ ਉਹ 30 ਸਾਲ ਲਈ ਕੀਤੀ ਸੀ ਜਾਂ 25 ਸਾਲ ਲਈ ਤੁਸੀਂ ਰੀਪੇਮੈਂਟ ਕਰਨੀ ਸੀ ਪੂਰੀ, ਠੀਕ ਹੈ ਜੀ। ਉਦੋਂ ਉਸ ਰੇਟ ਦੇ ਮੁਤਾਬਕ ਤੁਹਾਡੀ ਕਿਸ਼ਤ ਬੰਨੀ ਗਈ ਸੀ। ਸਪੋਜ਼ ਤੁਹਾਡੀ ਕਿਸ਼ਤ $100 ਆ, ਉਹ 'ਚੋਂ $60 ਵਿਆਜ ਨੂੰ ਜਾਂਦਾ ਸੀ, $40 ਤੁਹਾਡੇ ਪ੍ਰਿੰਸੀਪਲ ਨੂੰ ਜਾਂਦਾ ਸੀ। ਹੁਣ ਕਿਉਂਕਿ ਵਿਆਜ ਵੱਧ ਗਿਆ ਤਾਂ ਉਹ ਵਿਆਜ ਵੱਧ ਜਾਣ ਲੱਗਾ ਤਾਂ ਪ੍ਰਿੰਸੀਪਲ ਘੱਟ ਜਾਊਗਾ, ਤਾਂ ਤੁਸੀਂ 30 ਸਾਲ 'ਚ ਪੂਰੀ ਪੇ ਨਹੀਂ ਕਰ ਪਾਉਣੀ। ਉਸ ਕਰਕੇ ਬੈਂਕ ਹੁਣ ਤੁਹਾਡੀ ਜਿਹੜੀ ਪੇਮੈਂਟ ਆ ਉਹ ਵੱਧ ਜਾਣੀ ਹੈ ਮੌਰਗੇਜ ਦੀ।
ਇਹ ਨਹੀਂ ਕਿ ਪੇਮੈਂਟ ਵਧਣੀ 100% ਤੁਹਾਡੀ ਪੇਮੈਂਟ ਵਧਣੀ ਹੈ, ਬਿਕਾਜ਼ ਉਹ ਜਿੰਨਾ ਤੁਹਾਡਾ ਪ੍ਰਿੰਸੀਪਲ ਨੂੰ ਜਾਣਾ ਸੀ ਉਹਨਾਂ ਗਿਆ ਨਹੀਂ, ਤਾਂ ਫਿਰ 30 ਸਾਲ 'ਚ ਪੂਰਾ ਪੇ ਨਹੀਂ ਨਾ ਹੋਣਾ, 30 ਜਾਂ 25 ਸਾਲ ਜੋ ਵੀ ਤੁਹਾਡੀ ਡੀਲ ਸੀ ਬੈਂਕ ਦੇ ਨਾਲ। ਸੋ ਹੁਣ ਜਦੋਂ ਪੇਮੈਂਟਸ ਵੱਧ ਜਾਣੀਆਂ ਨੇ ਤਾਂ ਤੁਹਾਡੀ ਪੋਕਟ 'ਚੋਂ ਮਨੀ ਵੱਧ ਗਈ ਨਾ ਉੱਧਰ ਨੂੰ, ਅਤੇ ਉਹ ਕਿਤੇ ਨਾ ਕਿਤੇ ਤੋਂ ਤੁਹਾਨੂੰ ਇਫੈਕਟ ਕਰੂਗੀ ਨਾ। ਜਾਂ ਤਾਂ ਤੁਸੀਂ ਆਪਣੇ ਐਕਸਪੈਂਡੀਚਰ ਨੂੰ ਕੰਟਰੋਲ ਕਰੋਗੇ, ਫਿਰ ਉਸ ਤੋਂ ਬਾਅਦ ਉਹਨੂੰ ਕੰਟਰੋਲ ਕਿਵੇਂ ਕਰੋਗੇ? ਉੱਥੇ ਇਨਫਲੇਸ਼ਨ 6.8 ਹੋ ਗਈ ਹੁਣ। ਗੈਸ ਦੀ ਪ੍ਰਾਈਸ ਜਿਹੜੀ ਪਹਿਲਾਂ 1.15 1.18 1.20 1.25 1.50 ਤੱਕ ਸੀ, ਉਹ ਹੁਣ 2.20 30 ਤੱਕ ਚਲੀ ਗਈ ਆ। ਔਰ ਹੁਣ ਜਿਹੜੀ ਨਵੀਂ ਪ੍ਰੋਜੈਕਸ਼ਨ ਹੈਗੀ ਆ, ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇਟ ਮੇ ਹਿਟ $3 ਲੀਟਰ। ਸੋ ਉਹ ਇਨਫਲੇਸ਼ਨ ਵਧਣ ਦੇ ਨਾਲ, ਮਹਿੰਗਾਈ ਵਧਣ ਦੇ ਨਾਲ ਤੁਹਾਡਾ ਪੋਰਸ਼ਨ ਕੁਛ ਜਿਹੜੀ ਤੁਹਾਡੀ ਇਨਕਮ ਦਾ ਉੱਧਰ ਵੀ ਤਾਂ ਚਲਿਆ ਗਿਆ। ਸੋ ਇਟਸ ਅ ਟਾਈਟ ਸਿਚੁਏਸ਼ਨ। ਅਤੇ ਜਿਹੜੀ ਹੁਣ ਗੱਲ ਕਹਿੰਦੇ ਆ ਵੀ ਇਹ ਮਹਿੰਗਾਈ ਨੂੰ ਕੰਟਰੋਲ ਕਰਦੇ ਕਰਦੇ ਇੰਟਰਸਟ ਰੇਟ ਵਧਾਈ ਜਾਣੇ ਆ, ਅਤੇ ਰਿਸੈਸ਼ਨ ਵੱਲ ਨੂੰ ਗੱਲ ਜਾ ਰਹੀ ਆ ਵੀ ਅਮਰੀਕਾ ਦੇ ਵਿੱਚ ਕਹਿੰਦੇ ਰਿਸੈਸ਼ਨ ਆ ਚੁੱਕਾ ਜਾਂ ਆ ਜਾਣਾ, ਇੱਥੇ ਬਾਰੇ ਕੀ ਲੱਗਦਾ ਜੀ? ਹੁਣ ਤੁਸੀਂ ਦੇਖੋ ਵੀ ਅਮਰੀਕਾ ਦੇ ਹੁਣ ਪਿੱਛੇ ਜੇ ਜਿੰਨੇ ਵੀ ਆਪਣੇ ਆਏ ਨੇ, ਉਹਨਾਂ ਸਾਰਿਆਂ ਨੇ ਜਿੰਨੇ ਅਰਥ ਸ਼ਾਸਤਰੀ, ਉਹਨਾਂ ਦੀ ਜਿਹੜੀ ਹੁਣ ਪਿੱਛੇ ਰਿਪੋਰਟ ਪਿਛਲੇ ਵੀਕ ਆਈ ਸੀ, ਉਹਦੇ ਵਿੱਚ ਐਵਰੀਬਡੀ ਹਿੰਟਿੰਗ ਡੈਟ USA is going to be in a recession. That what is the headline, right? ਹੁਣ ਜਦੋਂ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਬਾਕੀ ਫੈਕਟਰ ਦੇਖਦੇ ਹੋ, GDP ਦੇਖਦੇ ਹੋ, ਤਾਂ ਉਹ ਸਾਰੇ ਗਰੋਥ ਵੱਲ ਨੇ, ਠੀਕ ਹੈ। ਬਟ ਜਦੋਂ ਤੁਸੀਂ ਇਕਨੋਮਿਕ ਸਰਕਲ ਦੀ ਗੱਲ ਕਰਦੇ ਹੋ, ਜੋ ਇਕਨੋਮਿਕ ਥਿਊਰੀ ਕਹਿੰਦੀ ਹੈ, ਜੋ ਸਰਕਲ ਕਹਿੰਦਾ, ਉਹ ਇਹ ਕਹਿੰਦਾ ਕਿ ਇਟ ਵਿਲ ਗੋ ਅਪ। ਜਦੋਂ ਇਨਫਲੇਸ਼ਨ ਅਪ ਜਾਂਦੀ ਆ, ਰੇਟਸ ਅਪ ਜਾਂਦੇ ਨੇ, ਦੈਨ ਇਟਸ ਲੀਡਸ ਟੂ ਰਿਸੈਸ਼ਨ, ਦੈਨ ਅਗੇਨ ਇਟਸ ਅ ਸਰਕਲ, ਇਕਨੋਮਿਕ ਸਰਕਲ, ਰਾਈਟ। ਸੋ ਇਹ ਡਿਪੈਂਡ ਕਰਦਾ ਜੀ। ਪਰ ਫਿਲਹਾਲ ਜਦੋਂ ਤੁਸੀਂ ਬਾਕੀ ਫੈਕਟਰਸ ਦੇਖਦੇ ਹੋ ਇਕੋਨਮੀ ਦੇ, ਅਤੇ ਉਹ ਐਡੀ ਲੱਗਦਾ ਨਹੀਂ, ਪਰ ਆਉਣ ਵਾਲੇ ਸਮੇਂ 'ਚ ਸੰਭਾਵਨਾ ਹੈਗੀ ਆ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਦੋਸਤੋ, ਸਿੱਧੂ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਹੈ, ਔਰ ਗੱਲਬਾਤ ਉਹਨਾਂ ਨੇ ਸਪਸ਼ਟ ਕੀਤੀ ਹੈ ਕਿ ਇਸ ਵੇਲੇ ਕਿਸ ਤਰ੍ਹਾਂ ਦੀ ਐਕਟੀਵਿਟੀ ਬੈਂਕਿੰਗ ਸੈਕਟਰ ਦੇ ਵਿੱਚ ਹੋ ਰਹੀ ਆ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।